फिर जे ਆਪਾਂ ਟਰੱਕਰ ਵੀਰਾਂ ਦੀ ਗੱਲ ਕਰੀਏ ਜਿਹੜੇ ਆਊਟ ਆਫ ਪ੍ਰੋਵਿੰਸ ਸੀਗੇ ਜਾਂ ਫਿਰ ਆਊਟ ਆਫ ਸਟੇਟ ਸੀ ਜਾਂ ਫਿਰ ਆਊਟ ਆਫ ਕੰਟਰੀ ਸੀਗੇ ਜਿਹੜੇ ਅਮਰੀਕਾ ਜਾਂਦੇ ਨੇ ਤੇ ਉਹ ਸਾਈਨ ਨਹੀਂ ਸੀ ਕਰ ਸਕਦੇ ਪਰ ਉਹਨਾਂ ਦੇ ਸਾਨੂੰ ਕਾਫੀ ਮੈਸੇजेस ਹੋਣੇ ਫੋਨ ਹੋਣੇ ਤੇ ਫਿਰ ਉਸ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਹਾਂ ਇਹਨਾਂ ਕਿਉਂਕਿ ਸਾਰਾ ਕੁਝ ਤਾਂ ਇਹਨਾਂ ਵਾਸਤੇ ਕੀਤਾ ਜਾਵੇ ਰਾਈਟ। ਇਮੀਗ੍ਰੇਸ਼ਨ ਦਾ ਸਿਸਟਮ ਸੀ ਉਹ ਵੀ ਜ਼ਿਆਦਾ ਘਰਾਂ 'ਚ ਬੈਠ ਕੇ ਹੀ ਕੰਮ ਕਰਦੇ ਨੇ ਜ਼ਿਆਦਾ ਤੌਰ 'ਤੇ ਅਤੇ ਜਿਹੜਾ ਵਰਕ ਪਰਮਿਟ ਜਿਹਨਾਂ 'ਤੇ ਖਤਮ ਹੋ ਗਏ ਆ ਜਿਨ੍ਹਾਂ ਦੇ ਉਹਨਾਂ ਦੇ ਵਾਸਤੇ 8-8 9-9 ਮਹੀਨੇ ਨਿਕਲ ਗਏ ਨੇ। ਸੋ ਇਸ ਕਰਕੇ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਸੀ ਉਹਨਾਂ ਨੂੰ ਸਟੇਟਸ ਕਰਕੇ ਸਕੂਲਾਂ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ। ਵਰਕ ਪਰਮਿਟ ਖਤਮ ਹੋ ਜਾਂਦਾ ਸੀਗਾ ਤੇ ਪੁਆਇੰਟ ਥੱਲੇ ਨਹੀਂ ਸੀ ਹੁੰਦੇ ਫਿਰ ਨਵਾਂ ਵਰਕ ਪਰਮਿਟ ਲੈਣ ਵਾਸਤੇ ਫਿਰ ਉਸ ਸਿਸਟਮ ਨੂੰ ਫੋਲੋ ਕਰਨਾ ਪੈਂਦਾ ਸੀ 2-3 ਮਹੀਨੇ ਫਿਰ ਨਿਕਲ ਜਾਂਦੇ ਸੀ ਜਦੋਂ ਪੁਆਇੰਟ ਥੱਲੇ ਹੁੰਦੇ ਸੀਗੇ ਉਦੋਂ ਵਰਕ ਪਰਮਿਟ ਐਲੀਜੀਬਲ ਨਹੀਂ ਸੀ ਹੁੰਦਾ ਜਦੋਂ ਵਰਕ ਪਰਮਿਟ ਹੁੰਦਾ ਸੀ ਉਦੋਂ ਪੁਆਇੰਟ ਉੱਪਰ ਆ ਜਾਂਦੇ ਸੀ। ਤਾਂ ਇੱਥੇ ਹੀ ਆਪਣਾ ਰੈਂਟ ਪੇ ਕਰਦਾ ਗਰੋਸਰੀ ਦੇ ਬਿੱਲ ਮੋਬਾਈਲ ਦੇ ਬਿੱਲ ਹੋ ਗਏ ਜਾਂ ਫਿਰ ICBC ਦੀ ਇੰਸ਼ੋਰੈਂਸ ਹੋ ਗਈ ਜੋ ਇੱਥੇ ਦਾ ਸਿਟੀਜ਼ਨ ਬੰਦਾ ਜਾਂ PR ਬੰਦਾ ਕਰ ਰਿਹਾ ਉਹੀ ਅਸੀਂ ਕਰ ਰਹੇ ਹਾਂ। 1000 ਬੰਦਾ ਇਹਨਾਂ ਨੇ ਰਿਫਿਊਜੀ ਕੀਤਾ ਆ PR ਕੀਤਾ ਉਹਨਾਂ ਨੂੰ ਅਤੇ ਕਰੋਨਾ ਵਾਇਰਸ ਦੇ ਵਿੱਚ ਕੰਮ ਤਾਂ ਸਾਰੇ ਹੀ ਕਰਦੇ ਆ ਨਾ ਅਤੇ ਉਹਦੇ ਵਿੱਚ ਪ੍ਰੋਬਲਮ ਹੈ ਇਸ ਕਰਕੇ ਵੀ ਉਹਨਾਂ ਨੂੰ ਅਸੀਂ ਦੇਖਿਆ ਕਿਉਂ ਨਹੀਂ ਇਹਨਾਂ ਦੇ ਨਾਲ ਫਿਰ ਡਿਸਕ੍ਰਿਮੀਨੇਟ ਕਿਉਂ ਹੋ ਰਿਹਾ ਹੈ। ਜਦੋਂ ਉੱਥੇ ਸੀਗੇ ਉਦੋਂ ਸੁਣਦੇ ਹੁੰਦੇ ਸੀਗੇ ਇੱਕ ਸੁਪਨਾ ਹੁੰਦਾ ਸੀ ਕੈਨੇਡਾ ਜਾਣ ਦਾ ਸਾਡਾ ਸੁਪਨਾ ਸਾਕਾਰ ਹੋਇਆ ਸਾਨੂੰ ਇਸ ਕੈਨੇਡਾ ਗੌਰਮੈਂਟ ਨੇ ਜਾਂ ਕਹਿ ਲਓ ਵੀ ਇਸ ਮੁਲਕ ਨੇ ਬਹੁਤ ਕੁਝ ਸਿੱਖਣ ਨੂੰ ਅਤੇ ਬਹੁਤ ਕੁਝ ਹੰਡਾਉਣ ਨੂੰ ਬਹੁਤ ਕੁਝ ਇੰਜੋਏ ਕਰਨ ਨੂੰ ਦਿੱਤਾ। ਸੌਰੀ ਇੱਕ ਸ਼ਾਰਟ ਨੋਟ ਜਾਰੀ ਕਰਾਂਗੇ ਜਿਹਦੇ ਵਿੱਚ ਇੱਕ ਨੋਟਿਸ ਲਿਖਿਆ ਹੋਊਗਾ ਤੁਸੀਂ ਸਿਰਫ ਉਹਨੂੰ ਕਾਪੀ ਕਰਨਾ ਹੈ ਕਾਪੀ ਕਰਕੇ ਆਪਣੀ ਪਰਸਨਲ ਈਮੇਲ ID ਤੋਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਅਤੇ ਮਾਰਕ ਮੈਂਡੀਚੀਨੋ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੂੰ ਤੁਸੀਂ ਆਪਣੀ ਪਰਸਨਲ ਈਮੇਲ ID ਤੋਂ ਇਹ ਈਮੇਲ ਕਰਨੀ ਹੈ। ਐਂਡ ਜਦੋਂ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦਾ ਵਾ ਉਹਨੂੰ ਓਨਲੀ 20 ਆਵਰਸ ਅਲਾਓ ਹੁੰਦੀ ਹੈ ਵੀ ਉਹ ਕੰਮ ਕਰ ਸਕਦਾ ਵਾ ਬਟ ਡਿਊਰਿੰਗ COVID-19 ਉਹਨਾਂ ਨੂੰ ਅਲਾਓ ਕਰ ਦਿੱਤਾ ਕਿ 40 ਆਵਰ ਵਰਕ ਕਰ ਸਕਦੇ ਆ। ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਆਪਣੀ ਲਾਈਫ ਰਿਸਕ 'ਚ ਪਾ ਕੇ ਕੰਮ ਕੀਤਾ। ਓਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ TV ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਅਸੀਂ ਇੱਕ ਗੱਲ ਸੁਣੀ ਸੀ ਕਿ ਪਟੀਸ਼ਨ ਸਾਈਨ ਹੋ ਰਹੀ ਹੈ। ਪਟੀਸ਼ਨ ਸਾਈਨ ਉਹਨਾਂ ਦੇ ਵੱਲੋਂ ਹੋ ਰਹੀ ਹੈ ਜੋ ਰਿਫਿਊਜੀ ਦੇ ਤੌਰ ਤੇ ਰਹਿ ਰਹੇ ਨੇ ਟੈਂਪਰੇਰੀ ਫੋਰਨ ਵਰਕਰਸ ਦੇ ਤੌਰ ਤੇ ਰਹਿ ਰਹੇ ਨੇ ਜਾਂ ਸਟੂਡੈਂਟ ਨੇ ਜਿਨ੍ਹਾਂ ਦੇ ਸਟੇਟਸ ਜਾਂ ਤਾਂ ਅੰਡਰ ਪ੍ਰੋਸੈਸ ਨੇ ਜਾਂ ਖਤਮ ਹੋ ਚੁੱਕੇ ਨੇ ਤੇ ਉਹ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਪਰਮਾਨੈਂਟ ਕੀਤਾ ਜਾਵੇ PR ਉਹਨਾਂ ਨੂੰ ਦਿੱਤੀ ਜਾਵੇ ਤੇ ਉਹਦੇ ਲਈ ਪਟੀਸ਼ਨ ਸਾਈਨ ਕਰਵਾਈ ਗਈ ਸੀ। ਪਿਛਲੀ ਵਾਰ ਜਦੋਂ ਇਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਇਹਨਾਂ ਦੇ ਅਨੁਸਾਰ 1000 ਤੋਂ ਵੱਧ ਇਹਨਾਂ ਨੂੰ ਦਸਤਖਤ ਮਿਲ ਚੁੱਕੇ ਸਨ ਤੇ ਹੁਣ ਉਹ ਅਜੇ ਵੀ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈਗਾ ਤੇ ਉਹਨਾਂ ਨੇ ਹੁਣ ਇਹ ਪਟੀਸ਼ਨ ਆਨਲਾਈਨ ਵੀ ਕਰ ਦਿੱਤੀ ਹੈ। ਆਨਲਾਈਨ ਵੀ ਲੋਕਾਂ ਦੇ ਵੱਲੋਂ ਇਹਨਾਂ ਨੂੰ ਦਾ ਸਾਥ ਮਿਲ ਰਿਹਾ ਹੈਗਾ ਤੇ ਨਾਲ ਇਨ ਪਰਸਨ ਵੀ ਇਹਨਾਂ ਨੂੰ ਪਟੀਸ਼ਨ ਤੇ ਸਾਈਨ ਜਿਹੜੇ ਉਹ ਮਿਲ ਰਹੇ ਨੇ। ਹੁਣ ਅੱਗੇ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੋਏਗੀ ਕਿਉਂ ਇਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ PR ਕੀਤਾ ਜਾਵੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਜਸਵਿੰਦਰ ਸਿੰਘ ਤੇ ਨਾਲ ਪਹੁੰਚੇ ਹੋਏ ਨੇ ਮਨਪ੍ਰੀਤ ਗਿੱਲ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਜਸਵਿੰਦਰ ਜੀ ਤੇ ਮਨਪ੍ਰੀਤ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ। ਜਿਵੇਂ ਆਪਾਂ ਪਿਛਲੀ ਵਾਰ ਮਿਲੇ ਸੀ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਟੀਸ਼ਨ ਸਾਈਨ ਹੋ ਰਹੀ ਸੀ ਤਾਂ ਉਦੋਂ 1000+ ਤੁਹਾਨੂੰ ਸਾਈਨ ਮਿਲ ਚੁੱਕੇ ਸੀਗੇ ਕਿੰਨੇ ਕੁ ਸਾਈਨ ਹੋ ਗਏ ਸਭ ਤੋਂ ਪਹਿਲਾਂ ਤਾਂ? ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਂਝਾ TV ਦੇ ਚੈਨਲ ਦਾ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਬਿਕੋਜ਼ ਡੇ 1 ਤੋਂ ਤੁਸੀਂ ਸਾਡੇ ਨਾਲ ਰਹੇ ਹੋ ਸਾਡੀ ਕਵਰੇਜ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਇਆ ਸਾਡੀ ਮੁਹਿੰਮ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਲੋਕਾਂ ਨੇ ਵੀ ਸਾਡੀ ਮਿਹਨਤ ਦਾ ਮੁੱਲ ਪਾਇਆ ਸਾਨੂੰ ਵੱਧ ਚੜ੍ਹ ਕੇ ਸਾਡਾ ਸਾਥ ਦਿੱਤਾ ਜੀ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਸਰੋਤਿਆਂ ਦਾ। ਹਾਂਜੀ ਅਤੇ ਜਿਹੜੀ ਪਟੀਸ਼ਨ ਦੀ ਆਪਾਂ ਜੇ ਗੱਲ ਕਰੀਏ ਤਾਂ ਉਸ ਵਕਤ ਤਾਂ 1000 ਸੀਗੀ ਅਤੇ ਫਿਰ ਅਸੀਂ ਉਸ ਤੋਂ ਬਾਅਦ ਐਬਰਸਫੋਰਡ ਵੀ ਗਏ ਅਤੇ ਸਰੀ ਦੇ ਵਿੱਚ 1-2 ਲੋਕੇਸ਼ਨਾਂ 'ਤੇ ਹੋਰ ਅਸੀਂ ਸਾਈਨ ਕਰਵਾਏ ਅਤੇ ਟੋਟਲ ਜਦੋਂ ਸਾਡੀ 4500 ਪਟੀਸ਼ਨ ਸਾਈਨ ਹੋ ਗਈ ਅਤੇ ਉਸ ਤੋਂ ਬਾਅਦ ਫਿਰ ਸਾਨੂੰ ਕਾਫੀ ਜ਼ਿਆਦਾ ਡਿਮਾਂਡ ਆਉਣ ਲੱਗ ਪਈ ਵੀ ਇਹਨੂੰ ਔਨਲਾਈਨ ਕਰੋ ਬਿਕੋਜ਼ ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਸੀਗੇ ਜਿਹੜੇ ਡੇ ਸ਼ਿਫਟਾਂ ਕਰਦੇ ਸੀ ਜਾਂ ਨਾਈਟ ਸ਼ਿਫਟਾਂ ਕਰਦੇ ਸੀ ਜਾਂ ਕਨਵੀਨਸ ਨਾ ਹੋਣ ਦੇ ਕਾਰਨ ਉਹਨਾਂ ਨੂੰ ਉਹ ਨਹੀਂ ਸੀ ਆ ਸਕਦੇ ਜਾਂ ਫਿਰ ਜੇ ਆਪਾਂ ਟਰੱਕਰ ਵੀਰਾਂ ਦੀ ਗੱਲ ਕਰੀਏ ਜਿਹੜੇ ਆਊਟ ਆਫ ਪ੍ਰੋਵਿੰਸ ਸੀਗੇ ਜਾਂ ਫਿਰ ਆਊਟ ਆਫ ਸਟੇਟ ਸੀ ਜਾਂ ਫਿਰ ਆਊਟ ਆਫ ਕੰਟਰੀ ਸੀਗੇ ਜਿਹੜੇ ਅਮਰੀਕਾ ਜਾਂਦੇ ਨੇ ਅਤੇ ਉਹ ਸਾਈਨ ਨਹੀਂ ਸੀ ਕਰ ਸਕਦੇ ਪਰ ਉਹਨਾਂ ਦੇ ਸਾਨੂੰ ਕਾਫੀ ਮੈਸੇजेस ਹੋਣੇ ਫੋਨ ਹੋਣੇ ਅਤੇ ਫਿਰ ਉਸ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਹਾਂ ਇਹਨਾਂ ਕਿਉਂਕਿ ਸਾਰਾ ਕੁਝ ਤਾਂ ਇਹਨਾਂ ਵਾਸਤੇ ਕੀਤਾ ਜਾ ਰਿਹਾ ਰਾਈਟ ਅਤੇ ਜੇ ਇਹਨਾਂ ਦਾ ਹੀ ਨਾ ਇਨਵੋਲਵਮੈਂਟ ਹੋਈ ਤਾਂ ਫਿਰ ਇਹ ਚੀਜ਼ ਤਾਂ ਅਧੂਰੀ ਰਹਿ ਜਾਊਗੀ। ਇਸ ਕਰਕੇ ਫਿਰ ਅਸੀਂ ਆਪਣਾ ਇੱਕ ਮਾਹਿਰ ਬੰਦੇ ਨੂੰ ਲਿਆ ਜਿਨ੍ਹਾਂ ਨੂੰ IT ਡਿਪਾਰਟਮੈਂਟ ਦੀ ਸਾਰੀ ਨੌਲੇਜ ਸੀ ਅਤੇ ਫਿਰ ਅਸੀਂ ਇੱਕ ਔਨਲਾਈਨ ਪਟੀਸ਼ਨ ਜਿਹੜੀ ਤਿਆਰ ਕਰਕੇ
ਉਹ ਅਸੀਂ ਜਾਰੀ ਕਰ ਦਿੱਤੀ ਤੇ ਹੁਣ ਉਹ ਆਨਲਾਈਨ ਪਟੀਸ਼ਨ ਜਿਹੜੀ ਹੈ ਉਹ ਚੱਲ ਰਹੀ ਪੂਰੇ ਜ਼ੋਰਾਂ ਸ਼ੋਰਾਂ ਨਾਲ। ਉਹਦੇ ਵਿੱਚ ਸਾਨੂੰ ਜਿਨ੍ਹਾਂ ਲੋਕਾਂ ਦੀ ਸਾਈਨ ਦੀ ਲੋੜ ਹੈ, ਜਿੱਦਾਂ ਕਿ ਸਟੂਡੈਂਟ ਲਾ ਲਓ ਜਾਂ ਫਿਰ ਇਮੀਗ੍ਰੇਸ਼ਨ ਵਾਲੇ, ਵਰਕ ਪਰਮਿਟ ਵਾਲੇ ਲਾ ਲਓ ਤੇ ਜਾਂ ਰਿਫਿਊਜੀ ਲਾ ਲਓ, ਉਹਨਾਂ ਦੇ ਨਾਲ ਨਾਲ ਸਾਨੂੰ ਜਿਹੜੇ ਕੈਨੇਡੀਅਨ ਸਿਟੀਜ਼ਨ ਤੇ PR ਵੀ ਬਹੁਤ ਭਰਵਾਂ ਹੁੰਗਾਰੇ ਦੇ ਰਹੇ ਨੇ ਤੇ ਦਿਨ ਸੈਕਿੰਡ ਬਾਏ ਸੈਕਿੰਡ ਸਾਡੀ ਜਿਹੜੀ ਪਟੀਸ਼ਨ ਆ ਉਹ ਉੱਪਰ ਤੱਕ ਹੀ ਜਾ ਰਹੀ ਹੈ ਜੀ। ਜਸਵਿੰਦਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆ ਪਟੀਸ਼ਨ ਦੇ ਬਾਰੇ? ਥੈਂਕ ਯੂ ਸੋ ਮਚ। ਮੈਂ ਧੰਨਵਾਦ ਕਰਦਾ ਜੀ ਸਾਰੇ ਆਪਣੀ ਸਾਂਝਾ TV ਦਾ ਐਂਡ ਸਮੁੱਚੀ ਟੀਮ ਦਾ ਜੀ। ਸੋ ਧੰਨਵਾਦ ਜੀ, ਤੁਸੀਂ ਇਸ ਸਟੂਡੀਓ ਸਾਨੂੰ ਬੁਲਾਇਆ, ਸਾਡਾ ਗੱਲ ਰੱਖਣ ਦਾ ਮੌਕਾ ਦਿੱਤਾ। ਸਾਡੀ ਇਹ ਇੱਕ ਪ੍ਰੋਬਲਮ ਸੀ ਕਿ ਜਿਹੜੀ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਆ ਰਹੀਆਂ ਸੀਗੀਆਂ ਵਰਕ ਪਰਮਿਟ ਹੋਲਡਰਾਂ, ਸਟੂਡੈਂਟਾਂ ਨੂੰ ਜਾਂ ਜਿਹਨੇ ਰਿਫਿਊਜੀ ਸੀ ਇੱਥੇ ਗਿਆ। ਤੁਹਾਨੂੰ ਪਤਾ ਕਿ ਉਹਨਾਂ ਦਾ ਹਰ ਸਾਲ ਬਾਅਦ, 1 ਸਾਲ ਬਾਅਦ, 2 ਸਾਲ ਬਾਅਦ ਸਟੇਟਸ ਖਤਮ ਹੋ ਜਾਂਦਾ ਤਾਂ ਉਹਦਾ ਅਪਡੇਟ ਹੁੰਦਾ ਆ। ਇਹ ਇੱਕ ਰੀਜ਼ਨ ਸੀ ਸਾਡਾ। ਇਹ ਪ੍ਰੋਬਲਮ ਜਿਹੜੀਆਂ ਆ ਰਹੀਆਂ ਸੀ ਕਿ ਜਦੋਂ ਕਰੋਨਾ ਵਾਇਰਸ ਦੀ ਵੱਡੀ ਪ੍ਰੋਬਲਮ ਹੈ ਜਿਹੜੀ ਇਸ ਟਾਈਮ ਦੇ COVID-19 ਦੇ ਵਿੱਚ ਹਰ ਇੱਕ ਉਹਨੂੰ ਵਿੱਚ ਆਇਆ ਹੋਇਆ, ਇਸ ਕਰਕੇ ਜਿਹੜੀ ਕਿ ਹੁਣ ਇਸ ਟਾਈਮ ਤੇ ਗੌਰਮੈਂਟ ਵੀ ਜਿਹੜੇ ਇਮੀਗ੍ਰੇਸ਼ਨ ਦਾ ਸਿਸਟਮ ਸੀ ਉਹ ਵੀ ਜ਼ਿਆਦਾ ਘਰਾਂ 'ਚ ਬੈਠ ਕੇ ਹੀ ਕੰਮ ਕਰਦੇ ਨੇ ਜ਼ਿਆਦਾ ਤੌਰ 'ਤੇ। ਅਤੇ ਜਿਹੜਾ ਵਰਕ ਪਰਮਿਟ ਜਿਹਨਾਂ ਦੇ ਖਤਮ ਹੋ ਗਏ ਆ, ਜਿਨ੍ਹਾਂ ਦੇ ਉਹਨਾਂ ਦੇ ਵਾਸਤੇ 8-8 9-9 ਮਹੀਨੇ ਨਿਕਲ ਗਏ ਨੇ। ਸੋ ਇਸ ਕਰਕੇ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਸੀ ਉਹਨਾਂ ਨੂੰ ਸਟੇਟਸ ਕਰਕੇ ਸਕੂਲਾਂ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ, ਜਾਂ ਲਾਇਸੈਂਸ ਨਿਊ ਕਰਾਉਣੇ ਆ ਉਹਨਾਂ ਦੀ ਪ੍ਰੋਬਲਮ ਆਉਂਦੀ, MSP ਕਵਰ ਨਹੀਂ ਹੋ ਰਹੀਆਂ। ਸੋ ਇਸ ਕਰਕੇ ਅਸੀਂ ਇਹ ਇੱਕ ਉਪਰਾਲਾ ਕੀਤਾ ਸੀਗਾ ਕਿ ਜਿਹੜੇ ਕਾਫੀ ਸਾਨੂੰ ਇਸ ਚੀਜ਼ ਦੇ ਉੱਤੇ ਦਿੱਕਤਾਂ ਆ ਰਹੀਆਂ ਸੀਗੀਆਂ। ਤਾਂ ਇਸ ਕਰਕੇ ਅਸੀਂ ਜਿਹੜੀ ਪਟੀਸ਼ਨ ਆ ਹੁਣ ਅਸੀਂ ਇਹਨੂੰ ਆਨਲਾਈਨ ਕਰਕੇ ਅਸੀਂ ਇਹਨੂੰ ਮਤਲਬ ਸਬਮਿਟ ਕਰਨਾ ਚਾਹੁੰਦੇ ਹਾਂ। ਬਿਲਕੁਲ, ਅਸੀਂ ਸਾਡੇ ਪਲੇਟਫਾਰਮ ਦਾ ਇੱਕ ਮਕਸਦ ਹੈਗਾ ਹੈ ਕਿ ਅਸੀਂ ਇੱਕ ਗੱਲ ਜਿਹੜੀ ਹੈਗੀ ਆ ਉਹ ਕਮਿਊਨਿਟੀ ਤੱਕ ਪਹੁੰਚਾਉਂਦੇ ਹੈਗੇ ਆ ਕਿ ਕੀ ਹੋ ਰਿਹਾ ਕਮਿਊਨਿਟੀ ਦੇ ਵਿੱਚ। ਹੁਣ ਪਟੀਸ਼ਨ ਸਾਈਨ ਹੋ ਰਹੀ ਹੈ ਤੁਹਾਡੇ ਵੱਲੋਂ ਕਿ ਸਾਨੂੰ ਪੱਕਿਆਂ ਕੀਤਾ ਜਾਵੇ, ਪਰ ਹੁਣ ਜਿਵੇਂ ਸਟੇਟਸ ਹੈਗਾ ਆ ਉਹਨੂੰ ਅਪਡੇਟ ਕਰ ਦਿੱਤਾ ਜਾਂਦਾ ਸਰਕਾਰ ਦੇ ਵੱਲੋਂ। ਤੁਹਾਡੇ ਵੱਲੋਂ ਇਹ ਮੰਗ ਕਿਉਂ ਕੀਤੀ ਜਾ ਰਹੀ ਹੈ ਕਿ ਸਾਨੂੰ ਪੱਕਿਆਂ ਕੀਤਾ ਜਾਵੇ? ਦੇਖੋ ਜੀ, ਸਾਰੇ ਜਦੋਂ ਅਸੀਂ ਇੱਥੇ ਆਏ ਸੀਗੇ ਉਦੋਂ ਗੌਰਮੈਂਟ ਦੀ ਜਿਹੜੀ ਆ ਕਹਿ ਲਓ ਵੀ ਜੋ ਇਹਨਾਂ ਦੀ ਪ੍ਰਕਿਰਿਆ ਹੁੰਦੀ, ਰਿਕੁਆਇਰਮੈਂਟਸ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ। ਉਸ ਤੋਂ ਬਾਅਦ ਹੀ ਕੈਨੇਡਾ ਵਿੱਚ ਐਂਟਰ ਕਰਨ ਦਾ ਮੌਕਾ ਮਿਲਿਆ ਅਤੇ ਉਸ ਦੇ ਵਿੱਚ ਜੇ ਆਪਾਂ ਵਰਕ ਪਰਮਿਟ ਦੀ ਗੱਲ ਕਰੀਏ ਤਾਂ ਵਰਕ ਪਰਮਿਟ ਉਹੀ ਲੋਕ ਵਰਕ ਪਰਮਿਟ 'ਤੇ ਆਏ ਨੇ ਜਿਨ੍ਹਾਂ ਦਾ ਪ੍ਰੋਫੈਸ਼ਨ ਪਹਿਲਾਂ ਵੀ ਸੇਮ ਹੀ ਸੀ, ਅਤੇ ਜਿਹੜੇ ਇੰਡੀਆ ਤੋਂ ਜਾਂ ਦੁਬਈ ਤੋਂ ਜਾਂ ਫਿਰ ਫੋਰਨ ਤੋਂ, ਯੂਰਪ ਤੋਂ, ਕਿਤੋਂ ਵੀ ਆਏ ਨੇ ਅਤੇ ਉਹ ਕਾਫੀ ਐਕਸਪੀਰੀਅੰਸ ਰੱਖਦੇ ਸੀ, ਕਈ ਸਾਲਾਂ ਦਾ ਐਕਸਪੀਰੀਅੰਸ ਰੱਖਦੇ ਸੀ, ਜਿਸ ਬਿਹਾਫ 'ਤੇ ਉਹਨਾਂ ਨੂੰ ਗੌਰਮੈਂਟ ਨੇ, ਕੈਨੇਡਾ ਗੌਰਮੈਂਟ ਨੇ ਇੱਥੇ ਆ ਕੇ ਆਪਣੇ ਸਕਿੱਲ ਨੂੰ ਯੂਜ਼ ਕਰਨ ਦਾ ਅਤੇ ਕੈਨੇਡਾ ਦੀ ਇਕੋਨਮੀ ਦੇ ਵਿੱਚ ਹਿੱਸਾ ਪਾਉਣ ਦਾ ਮੌਕਾ ਦਿੱਤਾ। ਫਿਰ ਜਦੋਂ ਉਹ ਬੰਦੇ ਇੱਥੇ ਆਏ ਅਤੇ ਉਸ ਤੋਂ ਬਾਅਦ ਇੱਥੇ ਆਉਣ ਤੋਂ ਬਾਅਦ ਕੀ ਹੋਇਆ, 2 ਸਾਲ ਦਾ ਵੀਜ਼ਾ ਹੁੰਦਾ ਸੀ, ਵੀਜ਼ਾ ਖਤਮ ਹੋ ਜਾਂਦਾ ਸੀ। ਪੁਆਇੰਟ ਸਿਸਟਮ ਇੰਨਾ ਕੁ ਹਾਈ ਹੋ ਗਿਆ ਸੀਗਾ ਕਿ ਜੇ ਆਪਾਂ ਸਕਿੱਲਡ ਦੀ ਗੱਲ ਕਰੀਏ ਜਾਂ ਫਿਰ ਆਪਾਂ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਅਕੋਰਡਿੰਗ ਟੂ ਪ੍ਰੋਫੈਸ਼ਨ ਪੁਆਇੰਟ ਕਾਫੀ ਹਾਈ ਹੁੰਦੇ ਜਾ ਰਹੇ ਸੀਗੇ। ਸਾਨੂੰ ਪਟੀਸ਼ਨ ਕਰਨ ਤੇ ਸਾਈਨ ਕਰਨ ਵਾਸਤੇ ਬਹੁਤ ਇੱਦਾਂ ਦੇ ਲੋਕ ਆਏ ਆ ਜਿਨ੍ਹਾਂ ਦੀਆਂ ਡਿਫਰੈਂਟ ਸਟੋਰੀਆਂ ਨੇ, ਅਤੇ ਆਪਾਂ ਇੱਥੇ ਤੁਹਾਡੇ ਚੈਨਲ ਦੇ ਵਿੱਚ ਦੱਸ ਵੀ ਨਹੀਂ ਸਕਦੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਜਾਊਗਾ, ਰਾਈਟ। ਅਤੇ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਵਾਂ ਕਿ ਵਰਕ ਪਰਮਿਟ ਖਤਮ ਹੋ ਜਾਂਦਾ ਸੀਗਾ ਅਤੇ ਪੁਆਇੰਟ ਥੱਲੇ ਨਹੀਂ ਸੀ ਹੁੰਦੇ। ਫਿਰ ਨਵਾਂ ਵਰਕ ਪਰਮਿਟ ਲੈਣ ਵਾਸਤੇ ਫਿਰ ਉਸ ਸਿਸਟਮ ਨੂੰ ਫੋਲੋ ਕਰਨਾ ਪੈਂਦਾ ਸੀ। 2-3 ਮਹੀਨੇ ਫਿਰ ਨਿਕਲ ਜਾਂਦੇ ਸੀ। ਜਦੋਂ ਪੁਆਇੰਟ ਥੱਲੇ ਹੁੰਦੇ ਸੀਗੇ ਉਦੋਂ ਵਰਕ ਪਰਮਿਟ ਐਲੀਜੀਬਲ ਨਹੀਂ ਸੀ ਹੁੰਦਾ, ਜਦੋਂ ਵਰਕ ਪਰਮਿਟ ਹੁੰਦਾ ਸੀ ਉਦੋਂ ਪੁਆਇੰਟ ਉੱਪਰ ਆ ਜਾਂਦੇ ਸੀ। ਇਸੇ ਚੀਜ਼ ਦੇ ਵਿੱਚ ਲੋਕਾਂ ਨੂੰ ਕਈ ਸਾਲ ਨਿਕਲ ਗਏ। ਸੋ ਅਸੀਂ ਗੌਰਮੈਂਟ ਨੂੰ ਇੱਕ ਇਹ ਆਸ ਲੈ ਕੇ ਗੌਰਮੈਂਟ ਦੇ ਕੋਲ ਜਾ ਰਹੇ ਹਾਂ, ਪਟੀਸ਼ਨ ਸਾਈਨ ਕਰਵਾ ਰਹੇ ਹਾਂ ਕਿ ਸਾਨੂੰ ਐਕਸਪੀਰੀਅੰਸ ਦੇ ਬਿਹਾਫ 'ਤੇ PR ਦਿੱਤੀ ਜਾਵੇ। ਬਿਕੋਜ਼ ਜੋ ਵੀ ਬੰਦਾ ਜਿਹੜੀ ਵੀ ਫੀਲਡ ਵਿੱਚ ਕੰਮ ਕਰਦਾ ਉਹ ਬੰਦਾ ਪਰਫੈਕਟ ਹੈ, ਠੀਕ ਹੈ ਨਾ। 5-5 ਸਾਲ 6-6 ਸਾਲ ਹੋ ਗਏ। ਅਸੀਂ ਇਹ ਕਹਿੰਦੇ ਹਾਂ ਕਿ ਘੱਟ ਤੋਂ ਘੱਟ ਸਾਲ ਜਾਂ 2 ਸਾਲ ਦਾ ਐਕਸਪੀਰੀਅੰਸ ਦੇਖੋ, ਅਤੇ ਉਸ ਬੰਦੇ ਨੇ ਦੇਖੋ ਕੰਮ ਵੀ ਕੀਤਾ, ਆਪਣੀ ਇਕੋਨਮੀ ਦੇ ਵਿੱਚ ਗੌਰਮੈਂਟ 'ਚ ਹਿੱਸਾ ਵੀ ਪਾਇਆ, ਹਰ ਤਰ੍ਹਾਂ ਦਾ ਟੈਕਸ ਪੇ ਕੀਤਾ, ਰਾਈਟ। ਇੱਥੇ ਉਹ ਆਪਣੇ ਜੋ ਕਮਾਉਂਦਾ ਇੱਥੇ ਹੀ ਯੂਜ਼ ਕਰਦਾ, ਇੱਥੇ ਹੀ ਉਹ ਆਪਣਾ ਰੈਂਟ ਪੇ ਕਰਦਾ, ਗਰੋਸਰੀ ਦੇ ਬਿੱਲ, ਮੋਬਾਈਲ ਦੇ ਬਿੱਲ ਹੋ ਗਏ ਜਾਂ ਫਿਰ ICBC ਦੀ ਇੰਸ਼ੋਰੈਂਸ ਹੋ ਗਈ। ਜੋ ਇੱਥੇ ਦਾ ਸਿਟੀਜ਼ਨ ਬੰਦਾ ਜਾਂ PR ਬੰਦਾ ਕਰ ਰਿਹਾ ਉਹੀ ਅਸੀਂ ਕਰ ਰਹੇ ਹਾਂ, ਰਾਈਟ। ਅਤੇ ਸਾਨੂੰ ਐਕਸਪੀਰੀਅੰਸ ਦੇ ਬਿਹਾਫ 'ਤੇ PR ਦਿੱਤੀ ਜਾਵੇ। ਬਿਕੋਜ਼ ਜਿਹੜਾ ਪੁਆਇੰਟ ਸਿਸਟਮ ਹੈ ਇੱਦਾਂ ਤਾਂ ਕਦੇ ਥੱਲੇ ਆਏਗਾ ਹੀ ਨਹੀਂ, ਅਤੇ ਉਹ ਫਿਰ ਜਿਹੜੇ ਬੰਦੇ ਪਰਿਵਾਰਾਂ ਤੋਂ ਆਪਣੇ ਦੂਰ ਨੇ ਉਹ ਤਾਂ ਵਿਚਾਰੇ ਇੱਦਾਂ ਹੀ ਰਹਿ ਜਾਣਗੇ, ਨਾ ਉਹ ਇੱਧਰ ਜੋਗੇ ਅਤੇ ਨਾ ਉਹ ਇੱਧਰ ਜੋਗੇ। ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਕੈਨੇਡਾ ਵਰਲਡ ਦੇ ਵਿੱਚ ਨੰਬਰ 1 'ਤੇ ਹਿਊਮਨ ਰਾਈਟਸ ਦੇ ਪੱਖੋਂ ਦੇਖਿਆ ਜਾਵੇ ਤਾਂ ਨੰਬਰ 1 ਕੰਟਰੀ ਹੈ। ਹਰ ਇੱਕ ਬੰਦਾ ਕੈਨੇਡਾ ਨੂੰ ਪਿਆਰ ਕਰਦਾ ਅਤੇ ਦਿਲੋਂ ਸਤਿਕਾਰ ਕਰਦਾ, ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਮੁਲਕ ਹਮੇਸ਼ਾ ਤਰੱਕੀ ਕਰਦਾ ਰਹੇ ਅਤੇ ਅਸੀਂ ਇਸ ਮੁਲਕ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੀਏ। ਬਿਲਕੁਲ, ਬਹੁਤ ਸਾਰੇ ਲੋਕ ਨੇ ਜਿਹੜੇ ਵਰਕ ਪਰਮਿਟ 'ਤੇ ਰਹਿ ਰਹੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ, ਬੇਸ਼ੱਕ ਇਕੋਨਮੀ ਦੇ ਵਿੱਚ ਹਿੱਸਾ ਪਾ ਰਹੇ ਹੈਗੇ ਨੇ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਅੱਗੇ ਨਹੀਂ ਆ ਰਹੇ। ਅਜਿਹਾ ਕੀ ਕਾਰਨ ਸੀ ਕਿ ਤੁਸੀਂ ਲੋਕ ਅੱਗੇ ਆਏ ਹੈਗੇ ਆ ਅਤੇ ਤੁਸੀਂ ਲੀਡ ਕਰ ਰਹੇ ਆ ਉਹਨਾਂ ਲੋਕਾਂ ਨੂੰ ਕਿ ਇੱਕ ਆਸ ਜਿਹੜੀ ਤੁਸੀਂ ਕਿਹਾ ਕਿ ਵੱਜ ਰਹੀ ਹੈਗੀ ਹੈ ਕਿ ਸਾਨੂੰ ਜਿਹੜੀ ਹੈ PR ਦਿੱਤੀ ਜਾਵੇਗੀ? ਕੀ ਰੀਜ਼ਨ ਰਿਹਾ ਇਹਦੇ ਪਿੱਛੇ?
ਜੀ ਬਿਲਕੁਲ, ਇਹਦੇ ਪਿੱਛੇ ਕਾਰਨ ਇਹੀ ਹੈ ਜੀ, ਜਿੱਦਾਂ ਹੁਣ ਦੇਖੋ ਕੋਵਿਡ-19 ਦੇ ਵਿੱਚ ਸਾਰੇ ਵਰਕ ਪਰਮਿਟ ਹੋਲਡਰ, ਟਰੱਕਿੰਗ ਵੀਰ ਐਂਡ ਸਟੂਡੈਂਟ ਸਾਰੇ ਕੰਮ ਕੀਤਾ ਸਾਰਿਆਂ ਨੇ। ਉਹਦੇ ਵਿੱਚ ਪ੍ਰੋਬਲਮ ਆਈ, ਹੁਣ ਤੁਸੀਂ ਦੇਖੋ ਇੰਟਰਨੈਸ਼ਨਲ ਸਟੂਡੈਂਟ ਦੇ ਵਾਸਤੇ ਪਾਰਟ ਟਾਈਮ ਜੌਬ ਸੀ, ਪਰ ਕਰੋਨਾ ਵਾਇਰਸ ਕਰਕੇ ਉਹਨਾਂ ਨੂੰ ਵੀ ਫੁੱਲ ਟਾਈਮ ਦਿੱਤੀ ਗਈ ਵੀ ਤੁਸੀਂ ਜੌਬ ਫੁੱਲ ਟਾਈਮ 'ਚ ਕਰ ਲਓ। ਉਹ ਵੀ ਇਸ ਘੇਰੇ ਵਿੱਚ ਆ ਰਹੇ ਨੇ ਕਿ ਜੇ ਇਹਨਾਂ ਨੇ, ਹੁਣ ਤੁਹਾਨੂੰ ਪਤਾ ਪਿੱਛੇ ਜੇ 1000 ਬੰਦਾ ਇਹਨਾਂ ਨੇ ਰਿਫਿਊਜੀ ਕੀਤਾ ਆ, PR ਕੀਤਾ ਉਹਨਾਂ ਨੂੰ, ਅਤੇ ਕਰੋਨਾ ਵਾਇਰਸ ਦੇ ਵਿੱਚ ਤਾਂ ਕੰਮ ਤਾਂ ਸਾਰੇ ਹੀ ਕਰਦੇ ਆ ਨਾ, ਅਤੇ ਉਹਦੇ ਵਿੱਚ ਪ੍ਰੋਬਲਮ ਹੈ। ਇਸ ਕਰਕੇ ਵੀ ਉਹਨਾਂ ਨੂੰ ਅਸੀਂ ਦੇਖਿਆ ਵੀ ਕਿਉਂ ਨਹੀਂ ਇਹਨਾਂ ਦੇ ਨਾਲ ਫਿਰ ਡਿਸਕ੍ਰਿਮੀਨੇਟ ਕਿਉਂ ਹੋ ਰਿਹਾ ਇਹ ਸਾਰਾ, ਵੀ ਇਹ ਸਾਰਿਆਂ ਨੂੰ PR ਇੱਕੋ ਜਿਹਾ ਜੇ ਕਰੋਨਾ ਵਾਇਰਸ ਦੇ ਵਿੱਚ ਹੀ ਦੇਖਣਾ ਆ ਤਾਂ ਫਿਰ ਸਾਰੇ ਆ ਰਹੇ ਨੇ ਉਸ ਘੇਰੇ ਦੇ ਵਿੱਚ। ਤਾਂ ਇਸ ਕਰਕੇ ਉਹਨੂੰ ਰੀਜ਼ਨ ਦਾ ਕਿ ਟੋਟਲੀ ਸਾਰਿਆਂ ਨੂੰ PR ਕੀਤਾ ਜਾਵੇ ਤਾਂ ਚੰਗੀ ਗੱਲ ਆ। ਕਿਹੜੇ ਲੋਕਾਂ ਦਾ ਤੁਹਾਨੂੰ ਸਮਰਥਨ ਮਿਲ ਰਿਹਾ ਜਾਂ ਸਪੋਰਟ ਮਿਲ ਰਹੀ ਹੈ? ਸਾਨੂੰ ਤਾਂ ਜੀ ਸਾਰਿਆਂ ਦੀ ਸਪੋਰਟ ਮਿਲ ਰਹੀ ਹੈ। ਦੇਖੋ ਜਿਨ੍ਹਾਂ ਨੇ ਸਾਈਨ ਕਰਨੇ ਨੇ ਉਹਨਾਂ ਦੀ ਸਪੋਰਟ ਤਾਂ ਮਿਲਣੀ ਹੀ ਹੈ, ਬਿਕੋਜ਼ ਉਹਨਾਂ ਲੋਕਾਂ ਦਾ ਆਪ ਦਾ ਮਸਲਾ ਹੈ। ਹਰ ਇੱਕ ਬੰਦੇ ਦਾ ਮਸਲਾ ਜਿਹੜਾ ਇੱਥੇ ਫੋਰਨ ਵਰਕਰ ਹੈਗਾ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਰਿਫਿਊਜੀ ਹੈ, ਅਤੇ ਚਾਹੇ ਉਹ ਵਰਕ ਪਰਮਿਟ ਦੇ, ਹਰ ਇੱਕ ਬੰਦੇ ਦਾ ਨਿੱਜੀ ਮਸਲਾ ਹੈ। ਉਹਨਾਂ ਦੀ ਸਪੋਰਟ ਤਾਂ ਸਾਨੂੰ ਵੱਧ ਚੜ੍ਹ ਕੇ ਮਿਲ ਰਹੀ ਹੈ, ਪਰ ਉਹਦੇ ਨਾਲ ਜਿਹੜੇ ਇੱਧਰਲੇ ਸਿਟੀਜ਼ਨ ਨੇ ਜਾਂ ਇੱਧਰਲੇ PR ਨੇ, ਉਹ ਸਾਨੂੰ ਦੇਖਦੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਜਿਹੜੇ ਜੋਬਾਂ 'ਤੇ ਜਿੱਥੇ ਆਪਣੇ ਬੰਦੇ ਕੰਮ ਕਰਦੇ ਨੇ, ਪੱਕੇ ਬੰਦੇ ਕੰਮ ਕਰਦੇ ਨੇ, ਉੱਥੇ ਕੱਚੇ ਵੀ ਕੰਮ ਕਰਦੇ ਨੇ। ਉਹ ਉਹਨਾਂ ਦਾ ਹਾਰਡ ਵਰਕ ਦੇਖਦੇ ਨੇ, ਉਹਨਾਂ ਦੀ ਕਹਿ ਲਓ ਵੀ ਤੁਸੀਂ ਐਕਸਾਈਟਮੈਂਟ ਦੇਖਦੇ ਨੇ ਵੀ ਅਸੀਂ ਲਾਈਫ ਦੇ ਵਿੱਚ ਕੁਝ ਕਰਨਾ, ਰਾਈਟ। ਟਾਈਮ ਟੂ ਟਾਈਮ ਉਹ ਆਉਂਦੇ ਨੇ ਕੰਮ 'ਤੇ, ਟਾਈਮ ਟੂ ਟਾਈਮ ਉਹ ਜਾਂਦੇ ਨੇ, ਪ੍ਰੋਪਰ ਸੇਫਟੀ ਨੂੰ, ਰੂਲਸ ਨੂੰ ਫੋਲੋ ਕਰਦੇ ਨੇ, ਪ੍ਰੋਪਰ ਗੌਰਮੈਂਟ ਦੇ ਰੈਗੂਲੇਸ਼ਨ ਨੂੰ ਫੋਲੋ ਕਰਦੇ ਨੇ, ਪ੍ਰੋਪਰ ਟੈਕਸ ਪੇ ਕਰਦੇ ਨੇ। ਈਵਨ ਕਿ ਜੋ ਬੇਸਮੈਂਟਾਂ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਉਹ ਪ੍ਰੋਪਰ ਉਹ ਜਿੱਦਾਂ ਘਰ ਆਪਣੇ ਮੇਨਟੇਨ ਕਰਦੇ ਉੱਦਾਂ ਉਹ ਬੇਸਮੈਂਟ ਨੂੰ ਵੀ ਮੇਨਟੇਨ ਕਰਦੇ ਨੇ, ਹਰ ਚੀਜ਼ ਨੂੰ ਮੇਨਟੇਨ ਕਰਦੇ ਨੇ। ਉਹ ਲੋਕ ਦਿਲੋਂ ਚਾਹੁੰਦੇ ਆ ਸਾਨੂੰ ਆਪ ਸਪੋਰਟ ਕਰਨ ਵਾਸਤੇ ਆਏ ਕਿ ਹਾਂਜੀ ਅਸੀਂ ਦੱਸੋ ਅਸੀਂ ਕਿੱਥੇ ਸਾਈਨ ਕਰ ਸਕਦੇ ਹਾਂ ਤੁਹਾਡੇ ਵਾਸਤੇ, ਠੀਕ ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਗੌਰਮੈਂਟ ਤੁਹਾਨੂੰ, ਤੁਸੀਂ ਇੱਥੇ ਆਏ ਹੋ, ਕਿਸੇ ਵੇਲੇ ਅਸੀਂ ਵੀ ਕੱਚੇ ਸੀਗੇ, ਸਾਨੂੰ ਵੀ ਜਦੋਂ ਅਸੀਂ ਪੱਕੇ ਹੋਏ ਹਾਂ ਸਾਨੂੰ ਬੜੀ ਖੁਸ਼ੀ ਹੋਈ ਆ। ਅਸੀਂ ਇਸ ਗੌਰਮੈਂਟ ਦੀ ਜਦੋਂ ਕੰਮ ਕੀਤਾ, ਟੈਕਸ ਦਿੱਤਾ, ਇੱਦਾਂ ਹੀ ਤੁਸੀਂ ਅਸੀਂ ਵੀ ਚਾਹੁੰਦੇ ਹਾਂ ਕਿ ਤੁਹਾਨੂੰ ਵੀ ਮੌਕਾ ਮਿਲੇ ਅਤੇ ਤੁਸੀਂ ਵੀ ਅੱਗੇ ਆਓ। ਇਹ ਕੈਂਪੇਨ ਜਿਹੜੀ ਹੈਗੀ ਹੈ, ਇਹ ਜਿਹੜੀ ਤੁਸੀਂ ਚਲਾ ਰਹੇ ਹੈਗੇ ਆ, ਜਿਹੜੀ ਪਟੀਸ਼ਨ ਸਾਈਨ ਕਰਵਾ ਰਹੇ ਹੈਗੇ ਆ, ਇਹ ਸਿਰਫ ਸਰੀ ਦੇ ਵਿੱਚ ਜਾਂ BC ਦੇ ਵਿੱਚ ਹੀ ਹੋ ਰਹੀ ਹੈ ਜਾਂ ਅਕ੍ਰੋਸ ਕੈਨੇਡਾ ਹੋ ਰਹੀ ਹੈ? ਨਹੀਂ ਜੀ, ਇਹ ਹੈਗੀ ਆਲ ਓਵਰ ਕੈਨੇਡਾ ਦੇ ਵਿੱਚ ਆ, ਬਿਕੋਜ਼ ਇਹ ਜਿਹੜਾ ਮਸਲਾ ਅਸੀਂ ਚੱਕਿਆ ਹੋਇਆ ਇਹ ਇਕੱਲੇ BC ਦਾ ਤਾਂ ਹੈ ਨਹੀਂ ਜਾਂ ਇਕੱਲੇ ਸਰੀ ਦਾ ਤਾਂ ਹੈ ਨਹੀਂ, ਇਹ ਆਲ ਓਵਰ ਕੈਨੇਡਾ ਦੇ ਵਿੱਚ ਆ। ਜੋ ਵੀ ਸਟੂਡੈਂਟ ਜਿੱਥੇ ਬੈਠਾ ਹੋਇਆ ਸਾਡੀ ਆਵਾਜ਼ ਤੁਹਾਡੇ ਚੈਨਲ ਦੇ ਜ਼ਰੀਏ ਸਾਡੀ ਆਵਾਜ਼ ਸੁਣ ਰਿਹਾ ਹੋਵੇ, ਜਾਂ ਫਿਰ ਕੋਈ ਵਰਕ ਪਰਮਿਟ ਵਾਲੇ ਹੋਣ ਜਾਂ ਰਿਫਿਊਜੀ ਹੋਣ, ਵੱਧ ਚੜ੍ਹ ਕੇ ਸਾਡਾ ਸਾਥ ਦੇਵੋ ਅਤੇ ਕੈਨੇਡਾ ਗੌਰਮੈਂਟ ਦੇ ਰੂਲ ਰੈਗੂਲੇਸ਼ਨ ਨੂੰ ਫੋਲੋ ਕਰੋ। ਬਿਕੋਜ਼ ਇਹ ਕੰਟਰੀ ਨੇ ਸਾਨੂੰ ਬਹੁਤ ਕੁਝ ਦਿੱਤਾ, ਅਸੀਂ ਇੱਥੇ ਆਏ ਹਾਂ, ਸਾਨੂੰ ਚੰਗਾ ਸਟੇਟਸ ਦਿੱਤਾ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਮੁਲਕ ਦੇ ਵਿੱਚ ਆ ਕੇ। ਬਿਕੋਜ਼ ਜਦੋਂ ਅਸੀਂ ਆਪਣੇ ਮੁਲਕਾਂ 'ਚ ਹੁੰਦੇ ਸੀਗੇ, ਕੋਈ ਚਾਹੇ ਉਹ ਇੰਡੀਆ ਤੋਂ ਸੀਗਾ, ਚਾਹੇ ਪਾਕਿਸਤਾਨ ਤੋਂ ਜਾਂ ਯੂਰਪ ਤੋਂ, ਜਦੋਂ ਉੱਥੇ ਸੀਗੇ ਉਦੋਂ ਸੁਣਦੇ ਹੁੰਦੇ ਸੀਗੇ, ਇੱਕ ਸੁਪਨਾ ਹੁੰਦਾ ਸੀ ਕੈਨੇਡਾ ਜਾਣ ਦਾ। ਸਾਡਾ ਸੁਪਨਾ ਸਾਕਾਰ ਹੋਇਆ, ਸਾਨੂੰ ਇਸ ਕੈਨੇਡਾ ਗੌਰਮੈਂਟ ਨੇ ਜਾਂ ਕਹਿ ਲਓ ਵੀ ਇਸ ਮੁਲਕ ਨੇ ਬਹੁਤ ਕੁਝ ਸਿੱਖਣ ਨੂੰ ਅਤੇ ਬਹੁਤ ਕੁਝ ਹੰਡਾਉਣ ਨੂੰ, ਬਹੁਤ ਕੁਝ ਇੰਜੋਏ ਕਰਨ ਨੂੰ ਦਿੱਤਾ। ਅਤੇ ਸਾਡਾ ਵੀ ਫਰਜ਼ ਬਣਦਾ ਇਸ ਪੈਂਡੈਮਿਕ ਦੇ ਔਖੇ ਸਮੇਂ ਦੇ ਵਿੱਚ ਅਸੀਂ ਗੌਰਮੈਂਟ ਦਾ ਵੱਧ ਚੜ੍ਹ ਕੇ ਸਾਥ ਦਈਏ। ਪਰ ਅਸੀਂ ਸਾਥ ਕਿੱਦਾਂ ਦੇ ਸਕਦੇ ਹਾਂ? ਕੰਮ ਕਰਕੇ, ਗੌਰਮੈਂਟ ਨੂੰ ਟੈਕਸ ਪੇ ਕਰਕੇ ਸਾਥ ਦੇ ਸਕਦੇ ਹਾਂ। ਠੀਕ। ਜਸਵਿੰਦਰ ਜੀ, ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਜਦੋਂ ਪਟੀਸ਼ਨ ਹਜੇ ਸ਼ੁਰੂਆਤ ਨਹੀਂ ਕੀਤੀ ਸੀ, ਕਿਸੇ ਹੋਰ ਤੱਕ ਵੀ ਅਪਰੋਚ ਕੀਤੀ ਗਈ, ਜਿਵੇਂ ਲੋਕਲ MP MLAs ਦੁਆਰਾ ਨਾਲ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ ਜਾਂ ਉਹਨਾਂ ਤੱਕ ਤੁਸੀਂ ਪਹੁੰਚਾਈ ਹੋਵੇ ਆਪਣੀ ਗੱਲ ਨੂੰ, ਪਟੀਸ਼ਨ ਨੂੰ ਸਾਈਨ ਕਰਨ ਤੋਂ ਪਹਿਲਾਂ? ਨਹੀਂ, ਅਸੀਂ ਪਹਿਲਾਂ ਕਿਸੇ ਨੂੰ ਨਹੀਂ ਮਿਲੇ, ਸਿਰਫ ਅਸੀਂ ਇੱਕ ਸੁਣਿਆ ਸੀ, ਅਨਾਊਂਸਮੈਂਟ ਸੁਣੀ ਸੀ ਇਹਨਾਂ ਦੀ, ਆਪਣੀ ਮਿਸਟਰ ਧਾਲੀਵਾਲ ਸਾਹਿਬ ਜੀ ਦੀ, ਕਿ ਜਿਹਦੇ ਨਾਲ ਇੱਕ ਹੁੰਗਾਰਾ ਮਿਲ ਰਿਹਾ ਸੀ ਕਿ ਸਾਨੂੰ ਇਹ ਕੁਝ ਕਰਨਾ ਚਾਹੀਦਾ, ਸਾਨੂੰ ਕੁਝ MP ਵਗੈਰਾ ਨੂੰ, ਮੈਂਬਰ ਪਾਰਲੀਮੈਂਟ ਨੂੰ ਲਿਖ ਕੇ ਦੇਣਾ ਚਾਹੀਦਾ। ਸੋ ਇਸ ਕਰਕੇ ਅਸੀਂ ਇਹ ਗੱਲ ਨੂੰ ਸ਼ੁਰੂਆਤ ਕੀਤੀ ਵੀ ਅਸੀਂ ਥਰੂ ਪਟੀਸ਼ਨ ਹੀ ਸਭ ਤੋਂ ਵਧੀਆ ਈਜ਼ੀ ਸਿਸਟਮ ਆ, ਅਤੇ ਇਸ ਕਰਕੇ ਅਸੀਂ ਇਹਨੂੰ ਸ਼ੁਰੂਆਤ ਕੀਤੀ ਸੀਗੀ। ਅਤੇ ਇਹਦੇ ਅਸੀਂ ਜਿਹੜੀ ਪਟੀਸ਼ਨ ਤੋਂ ਬਾਅਦ ਵੀ ਤੁਸੀਂ ਕਿਸੇ ਨੂੰ ਮਿਲੇ ਹੈਗੇ ਆ ਜਾਂ ਕਿਸੇ MP ਨੂੰ MLA ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ, ਟਾਈਮ ਟੂ ਟਾਈਮ ਸਾਡੀ ਸਾਰਿਆਂ ਨਾਲ ਮੀਟਿੰਗਸ ਵੀ ਹੋ ਰਹੀਆਂ ਨੇ। ਧਾਲੀਵਾਲ ਸਾਹਿਬ ਨਾਲ ਸਾਡੀ ਮੀਟਿੰਗਸ ਹੋਈ ਆ। ਬਾਕੀ ਜਗਮੀਤ ਸਿੰਘ ਜੀ, ਉਹ ਤਾਂ ਬਹੁਤ ਬਿਜ਼ੀ ਨੇ, ਉਹ ਇਸ ਟਾਈਮ ਆਟਵਾ ਦੇ ਵਿੱਚ ਨੇ, ਲੇਕਿਨ ਸਾਡੀ ਫੋਨ 'ਤੇ ਉਹਨਾਂ ਦੇ ਜਦੋਂ ਵੀ ਟਾਈਮ ਹੁੰਦਾ ਉਹਨਾਂ ਦੇ ਕੋਲ, ਉਹ ਸਾਡੇ ਨਾਲ ਗੱਲ ਕਰਦੇ ਨੇ। ਸਾਨੂੰ ਸਾਰੇ ਮਿਨਿਸਟਰਸ ਜਾਂ ਫਿਰ ਕਹਿ ਲਓ ਤੁਸੀਂ ਸਾਰੇ MPs ਸਾਨੂੰ ਪ੍ਰੋਪਰ ਟਾਈਮ ਦੇ ਰਹੇ ਨੇ, ਸਾਡੀ ਪੂਰੀ ਰਿਸਪੈਕਟ ਕਰ ਰਹੇ ਨੇ। ਅਸੀਂ ਵੀ ਉਹਨਾਂ ਦਾ ਰਿਸਪੈਕਟ ਕਰਦੇ ਹਾਂ ਕਿ ਆਪਣੇ ਬਿਜੀ ਸਕੈਜੂਲ ਦੇ ਵਿੱਚੋਂ ਸਾਡੀ ਗੱਲ ਸੁਣਦੇ ਨੇ, ਸਾਨੂੰ ਐਪਰੀਸ਼ੀਏਟ ਕਰਦੇ ਨੇ ਵੀ ਠੀਕ ਹੈ ਤੁਸੀਂ ਕਰੋ, ਲੀਗਲ ਵੇ ਦੇ ਨਾਲ ਕਰੋ ਅਤੇ ਸਾਡੇ ਤੱਕ ਪਹੁੰਚਾਓ, ਜੋ ਵੱਧ ਤੋਂ ਵੱਧ ਹੋ ਸਕਿਆ ਅਸੀਂ ਜ਼ਰੂਰ ਕਰਾਂਗੇ। ਜਦੋਂ ਪਟੀਸ਼ਨ ਹੁਣ ਇੰਨੀ ਸਾਈਨ ਹੋ ਗਿਆ, ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕਿੰਨੇ ਹੋਰ ਸਾਈਨ ਚਾਹੀਦੇ ਹੈਗੇ? ਕਿੰਨੇ ਹੋਰ ਵੱਧ ਤੋਂ ਵੱਧ ਪਟੀਸ਼ਨਾਂ ਦੇ ਕਿੰਨੇ ਹੁਣ ਟੋਟਲ ਤੁਹਾਡੇ ਸਾਈਨ ਆਲਰੇਡੀ ਹੋ ਚੁੱਕੇ ਨੇ, ਜੇ ਆਨਲਾਈਨ ਜੇ ਇਨ ਪਰਸਨ ਦੀ ਗੱਲ ਕਰੀਏ? ਸਾਡੇ ਕੋਲ ਇਸ ਟਾਈਮ 'ਤੇ 4000 ਪਲੱਸ ਯਾਨੀ ਕਿ ਸਾਡੇ ਇਸ ਟਾਈਮ ਜਿਹੜੇ ਮੈਨੂੰ ਸਾਈਨ ਹੋ ਚੁੱਕੇ ਨੇ, ਉਹ ਅਸੀਂ ਜਿਹੜੀ ਆ ਪਟੀਸ਼ਨ ਜਿਹੜੀ ਅਸੀਂ ਇਹਨਾਂ ਨੂੰ ਹੈਂਡਓਵਰ ਕਰ ਦੇਣੀ ਆ, ਜਿੰਨੇ ਕਿ ਆਪਣੇ ਇੱਥੇ ਦੇ ਹੈਗੇ ਆ BC ਦੇ। ਅਤੇ ਜਿਹੜੀ ਇਸ ਤੋਂ ਬਾਅਦ ਜਿਹੜੇ ਹੈਗੇ ਮਿਸਟਰ ਟਰੂਡੋ ਸਾਹਿਬ ਐਂਡ
ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਨੂੰ ਅਸੀਂ ਮਤਲਬ ਉੱਥੇ ਜਾ ਕੇ ਜਾਂ ਜਿਵੇਂ ਤਰੀਕਾ ਹੋਇਆ ਸਾਡੇ ਲਾਇਰ ਸਾਹਿਬ ਦੱਸਣਗੇ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਹੈਂਡਓਵਰ ਕਰਾਂਗੇ। ਅਤੇ ਜਿਹੜੀ ਹੈਗੀ ਆ ਮੈਨੂਅਲ ਜਿਹੜੀ ਪਟੀਸ਼ਨ ਔਨਲਾਈਨ ਚੱਲ ਰਹੀ ਆ ਉਹਦੇ ਅਸੀਂ ਦੇਖ ਕੇ ਜਿੰਨੇ ਵੀ 15,000 ਪਲੱਸ ਆ ਉਹਦੇ ਵਿੱਚੋਂ ਦੇਖ ਕੇ ਨਾਲ ਅਸੀਂ ਲੈਟਰ ਇੱਕ ਲਾ ਦਾਂਗੇ ਅਤੇ ਪਟੀਸ਼ਨ ਸਾਡੀ ਚੱਲਦੀ ਰਹੂਗੀ ਜਦ ਤੱਕ। ਅੱਛਾ, ਜਿਹੜੇ ਸਾਈਨ ਹੈਗੇ ਨੇ ਉਹ ਜਿੱਦਾਂ ਸਿਟੀਜ਼ਨ ਹੈ ਜਾਂ ਪਰਮਾਨੈਂਟ ਹੈ ਉਹਨਾਂ ਵੱਲੋਂ ਲਏ ਜਾ ਰਹੇ ਹੈ ਕਿ ਕੋਈ ਵੀ ਪਟੀਸ਼ਨ ਤੇ ਸਾਈਨ ਕਰ ਸਕਦਾ? ਨਹੀਂ, ਦੇਖੋ ਜੀ, ਇਹ ਜਿਹੜੇ ਸਾਈਨ ਹੈਗੇ ਨੇ ਇਹ ਹੈਗੇ ਨੇ ਜਿਹੜੇ ਕੱਚੇ ਬੰਦੇ ਨੇ, ਜੇ ਆਪਾਂ ਪੰਜਾਬੀ 'ਚ ਗੱਲ ਕਹਿ ਲਈਏ ਵੀ ਕੱਚੇ ਬੰਦਿਆਂ ਵਾਸਤੇ ਸਾਈਨ ਹੋ ਰਹੇ ਨੇ, ਅਤੇ ਉਹਨਾਂ ਦੀ ਸਪੋਰਟ ਵਾਸਤੇ ਉਹ PR ਵੀ ਸਾਈਨ ਕਰ ਸਕਦੇ ਨੇ ਅਤੇ ਸਿਟੀਜ਼ਨ ਵੀ ਸਾਈਨ ਕਰ ਸਕਦੇ ਨੇ। ਅਤੇ ਉਹਦੇ ਵਿੱਚ ਕੱਚਿਆਂ ਦੇ ਵਿੱਚ ਜਿੱਦਾਂ ਕਹਿ ਲਓ ਵੀ ਜਿਹੜੇ ਬੰਦੇ ਸਟੂਡੈਂਟ ਨੇ ਇੱਥੇ ਵਰਕ ਪਰਮਿਟ 'ਤੇ ਹੈਗੇ ਨੇ ਜਿਹੜੇ, ਅਤੇ ਜਾਂ ਫਿਰ ਜਿਹੜੇ ਰਿਫਿਊਜੀ ਹੈਗੇ ਨੇ ਉਹਨਾਂ ਵਾਸਤੇ ਇਹ ਸਾਈਨ ਲਏ ਜਾ ਰਹੇ ਨੇ ਜੀ। ਸੋ ਹੁਣ ਜਦੋਂ ਤੁਹਾਡੇ ਕੋਲ ਸਾਈਨ ਇਨਫ ਹੋ ਜਾਣਗੇ ਉਸ ਤੋਂ ਬਾਅਦ ਦਾ ਕੀ ਪ੍ਰੋਸੈਸ ਹੈਗਾ, ਕੀ ਪਲੈਨਿੰਗ ਹੈ ਉਸ ਤੋਂ ਬਾਅਦ ਦੀ? ਦੇਖੋ ਜੀ, ਅਸੀਂ ਵੈਸੇ ਤਾਂ ਜਿਹੜਾ ਹਾਊਸ ਆਫ ਕਾਮਨ ਦੀ ਮੀਟਿੰਗ ਹੋਣੀ ਸੀਗੀ ਨੈਕਸਟ ਮੰਥ ਹੋਣੀ ਸੀਗੀ, 1st of week, ਐਗਜ਼ੈਕਟ ਡੇਟ ਤਾਂ ਸਾਨੂੰ ਪਤਾ ਨਹੀਂ, ਅਤੇ ਉਹ ਸੁਣਿਆ ਵੀ ਉਹ ਹੁਣ ਥੋੜ੍ਹੀ ਜਿਹੀ ਪੋਸਟਪੋਨ ਹੋ ਗਈ ਹੈ, ਰਾਈਟ। ਉਸ ਕਰਕੇ ਅਸੀਂ ਵੀ ਆਪਣੇ ਆਪ ਨੂੰ ਲੱਕੀ ਫੀਲ ਕਰਦੇ ਹਾਂ ਵੀ ਸਾਨੂੰ ਹੁਣ ਜ਼ਿਆਦਾ ਟਾਈਮ ਮਿਲ ਗਿਆ ਪਟੀਸ਼ਨ ਸਾਈਨ ਕਰਾਉਣ ਦਾ। ਸੋ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਹਿੰਦੇ ਹਾਂ, ਅਤੇ ਵੈਸੇ ਵੀ ਅਸੀਂ ਆਪਣੇ ਗਰੁੱਪਸ ਦੇ ਵਿੱਚ ਜਾਂ ਜੋ ਵੀ ਸਾਡੇ ਕੋਲ ਜ਼ਰੀਆ ਹੈਗਾ ਜਨਤਾ ਤੱਕ ਗੱਲ ਪਹੁੰਚਾਉਣ ਦਾ, ਵੀ ਇਹ ਪਟੀਸ਼ਨ ਜਿਹੜੀ ਹੈ ਇਹ ਹੁਣ ਅੱਗੇ ਚੱਲਦੀ ਰਹੂਗੀ, ਠੀਕ ਹੈ ਜੀ। ਅਤੇ ਇਹ ਪਟੀਸ਼ਨ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਸਾਈਨ ਕਰੋ ਅਤੇ ਆਪਣੇ ਗਰੁੱਪਸ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਫਰੈਂਡਸ ਨੂੰ ਜੋ ਤੁਹਾਡੇ ਕਲੋਜ਼ ਹੈਗੇ ਨੇ ਸਾਰਿਆਂ ਨੂੰ ਤੁਸੀਂ ਇਹ ਪਟੀਸ਼ਨ ਜਾਂ ਇਹ ਲਿੰਕ ਸ਼ੇਅਰ ਕਰੋ, ਤਾਂ ਕਿ ਉਹ ਵੀ ਇਸ ਵਿੱਚ ਆਪਣਾ ਹਿੱਸਾ ਪਾ ਸਕਣ, ਚਾਹੇ ਉਹ ਸਪੋਰਟਰ ਦੇ ਤੌਰ 'ਤੇ ਪਾ ਸਕਣ ਅਤੇ ਚਾਹੇ ਉਹ ਆਪਣੇ ਬਿਹਾਫ 'ਤੇ ਜਿੱਦਾਂ ਵੀ ਉਹਨਾਂ ਨੂੰ ਲੋੜ ਆ, ਸਟੂਡੈਂਟਸ ਨੂੰ ਜਾਂ ਵਰਕਰ ਨੂੰ ਅਤੇ ਜਾਂ ਫਿਰ ਰਿਫਿਊਜੀ ਨੂੰ। ਅਤੇ ਉਸ ਤੋਂ ਬਾਅਦ ਇਹ ਜਦੋਂ ਇਸ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਜਿਹੜੀ ਬਹੁਤ ਇੰਪੋਰਟੈਂਟ ਹੈ, ਮੈਂ ਕਈ ਵਾਰ ਸਕਿਪ ਹੋ ਜਾਂਦਾ, ਵੀ 15 ਤਰੀਕ ਨੂੰ ਸਤੰਬਰ ਦੀ ਨੈਕਸਟ ਮੰਥ 15 ਤਰੀਕ ਨੂੰ ਦਿਨ ਮੰਗਲਵਾਰ ਅਸੀਂ ਇੱਕ ਦਿਨ ਸੈੱਟ ਕੀਤਾ ਹੋਇਆ ਹੈ ਵੀ ਆਪਣੀ ਪਰਸਨਲ ਈਮੇਲ ID ਦੇ ਜ਼ਰੀਏ ਅਸੀਂ ਤੁਹਾਨੂੰ ਇੱਕ ਸ਼ਾਰਟ ਨੋਟ ਜਾਰੀ ਕਰਾਂਗੇ ਜਿਹਦੇ ਵਿੱਚ ਇੱਕ ਨੋਟਿਸ ਲਿਖਿਆ ਹੋਊਗਾ, ਤੁਸੀਂ ਸਿਰਫ ਉਹਨੂੰ ਕਾਪੀ ਕਰਨਾ ਹੈ, ਕਾਪੀ ਕਰਕੇ ਆਪਣੀ ਪਰਸਨਲ ਈਮੇਲ ID ਤੋਂ ਜਸਟਿਨ ਟਰੂਡੋ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਅਤੇ ਮਾਰਕ ਮੈਂਡੀਚੀਨੋ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੂੰ ਤੁਸੀਂ ਆਪਣੀ ਪਰਸਨਲ ਈਮੇਲ ID ਤੋਂ ਇਹ ਈਮੇਲ ਕਰਨੀ ਹੈ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ, ਕਿੰਨੀ ਭਾਰੀ ਗਿਣਤੀ ਦੇ ਵਿੱਚ ਲੋਕੀ ਇਸ ਚੀਜ਼ ਦੀ ਡਿਮਾਂਡ ਕਰਦੇ ਪਏ ਨੇ। ਉਹ ਵਾਕਈ ਹੀ ਇਸ ਔਖੇ ਘੜੀ ਦੇ ਵਿੱਚ ਕੈਨੇਡਾ ਗੌਰਮੈਂਟ ਦਾ ਸਾਥ ਦੇਣਾ ਚਾਹੁੰਦੇ ਨੇ, ਪਰ ਜੇ ਉਹਨਾਂ ਨੂੰ ਮੌਕਾ ਮਿਲੇ PR ਦੇ ਰੂਪ ਵਿੱਚ ਉਹ ਵੱਧ ਚੜ੍ਹ ਕੇ ਕੰਮ ਕਰ ਸਕਦੇ ਨੇ ਅਤੇ ਵੱਧ ਚੜ੍ਹ ਕੇ ਗੌਰਮੈਂਟ ਦਾ ਸਾਥ ਦੇ ਸਕਦੇ ਨੇ, ਤਾਂ ਕਿ ਇਸ COVID-19 ਦੇ ਨਾਲ ਇੱਕ ਕਹਿ ਲਓ ਵੀ ਆਰਥਿਕ ਮੁਸ਼ਕਲ ਦੇ ਵਿੱਚ ਵੀ ਕੈਨੇਡਾ ਨੂੰ ਗੁਜ਼ਰਨਾ ਪੈ ਰਿਹਾ, ਕਿਉਂਕਿ ਉਹਨਾਂ ਨੇ ਟਰੂਡੋ ਗੌਰਮੈਂਟ ਨੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਪੂਰੇ ਵਰਲਡ ਦੇ ਵਿੱਚ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕੀਤਾ ਜੀ, ਕਿਸੇ ਨੇ ਵੀ ਇੱਕ ਪੈਨੀ ਤੱਕ ਨਹੀਂ ਕਿਸੇ ਨੂੰ ਹੈਲਪ ਵਾਸਤੇ ਦਿੱਤੀ, ਪਰ ਕੈਨੇਡਾ ਗੌਰਮੈਂਟ ਨੇ ਲੋਕਾਂ ਦੇ ਘਰ ਭਰ ਦਿੱਤੇ। ਕਿਸੇ ਨੂੰ ਵੀ ਇਹ ਨਹੀਂ 8 ਮਹੀਨੇ ਹੋ ਚੱਲੇ ਨੇ, ਕਿਸੇ ਨੂੰ ਵੀ ਇਹ ਫੀਲ ਨਹੀਂ ਹੋਣ ਦਿੱਤਾ ਵੀ ਸਾਡੇ ਕੋਲ ਕੰਮ ਨਹੀਂ ਹੈਗਾ ਅਤੇ ਅਸੀਂ ਖਾਵਾਂਗੇ ਕਿੱਥੋਂ। ਉਹਨਾਂ ਨੇ ਬਿਜ਼ਨਸਮੈਨ ਨੂੰ ਵੀ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਪੈਸੇ ਦਿੱਤੇ ਨੇ, ਵਰਕਰ ਦੇ ਅਕੋਰਡਿੰਗ ਵਰਕਰ ਨੂੰ ਪੈਸੇ ਦਿੱਤੇ ਨੇ, ਜਿਹੜੇ ਟੈਨੈਂਟ ਨੇ ਜਾਂ ਜਿਹੜੇ ਹਾਊਸ ਓਨਰ ਨੇ ਸਾਰਿਆਂ ਨੂੰ ਪੈਸੇ ਦਿੱਤੇ ਨੇ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਵੀ ਕੈਨੇਡਾ ਗੌਰਮੈਂਟ ਵਾਸਤੇ ਕੁਝ ਕਰ ਸਕੀਏ। ਸੋ ਸਾਡੀ ਇਹੀ ਅਪੀਲ ਹੈ ਕਿ ਸਾਨੂੰ PR ਦੇ ਐਕਸਪੀਰੀਅੰਸ ਦੇ ਬਿਹਾਫ 'ਤੇ PR ਦਿੱਤੀ ਜਾਵੇ, ਤਾਂ ਕਿ ਅਸੀਂ ਵੀ ਇਸ PR ਦਾ ਜਿਹੜਾ ਮੁੱਲ ਹੈ ਉਹ ਕੰਮ ਕਰਕੇ ਮੋੜ ਸਕੀਏ। ਤੁਸੀਂ ਜਿਹੜੀ ਪਟੀਸ਼ਨ ਹੈਗੀ ਆ ਉਹ ਕਿੱਥੇ ਸਬਮਿਟ ਕਰਨੀ ਹੈ? ਇਹ ਜਿਹੜੀ ਪਟੀਸ਼ਨ ਹੋਣਾ ਇਸ ਟਾਈਮ ਤਾਂ ਅਸੀਂ 27 ਅਗਸਤ 12 ਵਜੇ ਮਿਸਟਰ ਸੁਖ ਧਾਲੀਵਾਲ ਸਾਹਿਬ ਨੂੰ ਅਤੇ 1 ਵਜੇ ਅਸੀਂ ਮਿਸਟਰ ਰਣਦੀਪ ਸਰਾਏ ਜੀ ਅਤੇ 3 ਵਜੇ ਮਿਸਟਰ ਆਪਣੇ ਜਗਮੀਤ ਸਿੰਘ ਜੀ ਉਹਨਾਂ ਦੇ ਆਫਿਸਾਂ ਦੇ ਵਿੱਚ ਅਸੀਂ ਸਬਮਿਟ ਕਰਨੀਆਂ ਨੇ ਜੀ। ਸੋ ਇਹ ਉਦੋਂ ਤੁਸੀਂ ਸਬਮਿਟ ਕਰੋਗੇ, ਪਰ ਨਾਲੋਂ ਨਾਲ ਜਦੋਂ ਹੋਰ ਜੇ ਤੁਹਾਨੂੰ ਸਾਈਨ ਆਉਂਦੇ ਆ ਪਟੀਸ਼ਨ ਦੇ ਉੱਤੇ ਤਾਂ ਤੁਸੀਂ ਨਾਲੋਂ ਨਾਲ ਜਿਹੜੀ ਉਹ ਅਪਡੇਟ ਕਰਦੇ ਰਹੋਗੇ। ਹੁਣ ਜਿੱਦਾਂ ਤੁਸੀਂ ਜਸਟਿਨ ਟਰੂਡੋ ਦੀ ਗੱਲ ਕੀਤੀ, ਪ੍ਰਧਾਨ ਮੰਤਰੀ, ਉਹਨਾਂ ਨੂੰ ਪਹਿਲਾਂ ਵੀ ਕੋਈ ਲੈਟਰ ਤੁਹਾਡੇ ਵੱਲੋਂ ਭੇਜਿਆ ਗਿਆ ਜਾਂ ਕੋਈ ਈਮੇਲ ਭੇਜੀ ਗਈ? ਜਾਂ ਈਮੇਲਾਂ ਭੇਜੀਆਂ ਗਈਆਂ ਨਾ ਸਾਰਿਆਂ ਨੂੰ ਪਹਿਲਾਂ। ਕੋਈ ਉਹਨਾਂ ਦਾ ਰਿਪਲਾਈ ਆਇਆ? ਜਾਂ ਰਿਪਲਾਈ ਸਿਰਫ ਹਜੇ ਇੱਥੇ MP ਦਾ ਆਇਆ ਅਤੇ ਉਧਰੋਂ ਨਹੀਂ ਆਇਆ, ਟਰੂਡੋ ਸਾਹਿਬ ਦਾ ਹਜੇ ਉਹ ਨਹੀਂ ਆਇਆ, ਬਾਕੀ ਕੁਝ MPਆਂ ਦੇ ਇੱਥੇ ਆਏ ਸੀ। ਬਿਲਕੁਲ। ਤੇ ਸਾਡੇ ਨਾਲ ਇੱਕ ਸਟੂਡੈਂਟ ਵੀ ਹੈਗੇ ਨੇ ਜਿਹੜੇ ਤੁਹਾਡਾ ਸਾਥ ਵੀ ਦੇ ਰਹੇ ਹੈਗੇ ਨੇ, ਉਹ ਵੀ ਆਪਣੀਆਂ ਜਿਹੜੀਆਂ ਗੱਲਾਂ ਨੇ ਉਹ ਸਟੂਡੈਂਟਸ ਤੱਕ ਪਹੁੰਚਾ ਰਹੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪਰ ਤੁਸੀਂ ਕੀ ਕਹਿਣਾ ਚਾਹੁੰਦੇ ਆ ਲੋਕਲ ਆਡੀਅנס ਨੂੰ ਤੇ ਹੋਰ ਵਿਊਅਰਸ ਨੂੰ ਜਿਹੜੇ ਦੇਖ ਰਹੇ ਨੇ? ਅਸੀਂ ਤਾਂ ਇੱਕ ਅਪੀਲ ਕਰਨੀ ਚਾਹੁੰਦੇ ਹਾਂ ਜੀ ਵੀ ਜਿਹੜੇ ਸਟੇਟਸ 'ਤੇ ਤੁਸੀਂ ਕੰਮ ਕਰ ਰਹੇ ਹੋ ਉਸੇ ਸਟੇਟਸ 'ਤੇ ਉੱਦਾਂ ਹੀ ਬਣੇ ਰਹੋ। ਇਹ ਜਿਹੜੀ ਅਸੀਂ ਅਪੀਲ ਕਰ ਰਹੇ ਹਾਂ ਇਹ ਇੱਕ ਰਿਕੁਐਸਟ ਹੈ, ਇਹ ਇੱਕ ਆਸ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਇਸ ਕਿਸੇ ਵੀ ਬੰਦੇ ਨੂੰ ਜਾਂ ਕਿਸੇ ਵੀ ਵੀਰ ਭੈਣ ਨੂੰ ਅਸੀਂ ਇਹ ਉਮੀਦ ਨਹੀਂ ਦੇ ਰਹੇ, ਇਹ ਲਾਰਾ ਨਹੀਂ ਲਾ ਰਹੇ ਵੀ ਤੁਹਾਨੂੰ PR ਮਿਲ ਜਾਊਗੀ।
ਆਸ ਦੇ ਉੱਪਰ, ਉਮੀਦ ਦੇ ਉੱਪਰ, ਕੋਸ਼ਿਸ਼ ਦੇ ਉੱਪਰ ਦੁਨੀਆ ਕਾਇਮ ਹੈ। ਠੀਕ ਹੈ ਜੀ, ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਪੂਰਾ ਆਸ ਹੈ ਕਿ ਅਗਰ ਤੁਸੀਂ ਸਾਡਾ ਸਾਥ ਵੱਧ ਚੜ੍ਹ ਕੇ ਦਿਓਗੇ ਤੇ ਅਸੀਂ ਇਹਦੇ ਵਿੱਚ ਕਾਮਯਾਬੀ ਵੀ ਹਾਸਲ ਕਰਾਂਗੇ। ਪਰ ਉਹਨਾਂ ਚਿਰ ਉਹਨਾਂ ਟਾਈਮ ਤੁਸੀਂ ਜੋ ਵੀ ਤੁਹਾਡਾ ਸਟੇਟਸ ਹੈ, ਜੋ ਵੀ ਤੁਹਾਡਾ ਪਰਮਿਟ ਹੈ, ਤੁਸੀਂ ਉਹਦੇ ਤੇ ਰਹੋ, ਆਪਣੇ ਪ੍ਰੋਪਰ ਕੰਮ ਕਰੋ, ਰੂਲ ਨੂੰ ਫੋਲੋ ਕਰੋ, ਆਪਣੇ EMPLOYER ਦੇ ਜੋ ਵੀ ਤੁਹਾਡੇ ਰੂਲ ਰੈਗੂਲੇਸ਼ਨ ਨੇ ਉਸ ਹਿਸਾਬ ਨਾਲ ਕੰਮ ਕਰੋ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਤੁਹਾਨੂੰ ਨਾ ਝੱਲਣੀ ਪਵੇ। ਜਿਵੇਂ ਵੀ ਉਹਨਾਂ ਨੇ ਆਪਣਾ ਸਟੇਟਸ ਬਣਾਇਆ ਹੋਇਆ, ਜਿਵੇਂ ਸਟੇਟਸ ਬਣਾਇਆ, ਚਾਹੇ ਲਾਇਰ ਦੇ ਥਰੂ ਚਾਹੇ ਅਪਲਾਇਰ ਦੇ ਥਰੂ ਬਣਾਏ ਹੋਏ ਨੇ ਸਟੇਟਸ, ਉਸੇ ਤਰ੍ਹਾਂ ਉਹਨਾਂ ਨੂੰ ਆਪਣੇ ਨੂੰ ਕਾਇਮ ਰੱਖਣਾ ਚਾਹੀਦਾ। ਬਟ ਇਹ ਇੱਕ ਰਿਕੁਐਸਟ ਪਾ ਰਹੇ ਅਸੀਂ ਗਵਰਨਮੈਂਟ ਨੂੰ, ਉਹ ਉਹਨਾਂ ਤੇ ਡਿਪੈਂਡ ਕਰਦਾ, ਗਵਰਨਮੈਂਟ ਜੋ ਵੀ ਫੈਸਲਾ ਲੈਂਦੀ ਅਸੀਂ ਉਹਨੂੰ ਸਵੀਕਾਰ ਕਰਾਂਗੇ ਜੀ ਥੈਂਕ ਯੂ ਸੋ ਮਚ ਸਟੂਡੈਂਟ ਵਿੱਚ ਆਉਣ ਲਈ ਤੇ ਆਪਣੀ ਗੱਲ ਦੱਸਣ। ਥੈਂਕ ਯੂ ਸੋ ਮਚ। ਫੋਰਨ ਵਰਕਰਸ ਦੇ ਲਈ, ਟੈਂਪਰੇਰੀ ਵਰਕਰਸ ਦੇ ਲਈ, ਨਾਲ ਇੰਟਰਨੈਸ਼ਨਲ ਸਟੂਡੈਂਟਸ ਨੇ ਤੇ ਨਾਲ ਰਿਫਿਊਜੀਜ਼ ਨੇ, ਉਹਨਾਂ ਦੇ ਲਈ ਪਟੀਸ਼ਨ ਸਾਈਨ ਕਰਵਾਈ ਜਾ ਰਹੀ ਹੈ ਕਿ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ। ਬਹੁਤ ਸਾਰੇ ਲੋਕ ਇਸ ਪਟੀਸ਼ਨ ਦੇ ਵਿੱਚ ਜੁੜੇ ਹੋਏ ਨੇ। ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਅਰਸ਼ਪ੍ਰੀਤ ਮੇਰੇ ਨਾਲ ਨੇ, ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਨੂੰ ਜਾਣਦੇ ਹਾਂ ਕਿ ਕਿਉਂ ਉਹ ਪਟੀਸ਼ਨ ਨੂੰ ਸਾਈਨ ਕਰਨ ਨੂੰ ਤਰਜੀਹ ਦੇ ਰਹੇ ਨੇ। ਸੋ ਅਰਸ਼ਪ੍ਰੀਤ, ਜਿਵੇਂ ਅਸੀਂ ਪਹਿਲਾਂ ਜਸਵਿੰਦਰ ਜੀ ਦੇ ਨਾਲ ਵੀ ਗੱਲਬਾਤ ਕੀਤੀ, ਮਨਪ੍ਰੀਤ ਜੀ ਦੇ ਨਾਲ ਗੱਲਬਾਤ ਕੀਤੀ ਕਿ ਕਿਉਂ ਉਹ ਪਟੀਸ਼ਨ ਸਾਈਨ ਕਰਵਾ ਰਹੇ ਆ, ਤੁਹਾਡੇ ਮੁਤਾਬਿਕ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਉਂ PR ਦੇਣੀ ਚਾਹੀਦੀ? ਹਾਂਜੀ, ਜਦੋਂ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦਾ ਵਾ ਉਹਨੂੰ ਓਨਲੀ 20 ਆਵਰਸ ਅਲਾਉ ਹੁੰਦੀ ਹੈ ਵੀ ਉਹ ਕੰਮ ਕਰ ਸਕਦਾ ਵਾ, ਬਟ ਡਿਊਰਿੰਗ COVID-19 ਉਹਨਾਂ ਨੂੰ ਅਲਾਉ ਕਰ ਦਿੱਤਾ ਕਿ 40 ਆਵਰ ਵਰਕ ਕਰ ਸਕਦੇ ਆ। ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਆਪਣੀ ਲਾਈਫ ਰਿਸਕ 'ਚ ਪਾ ਕੇ ਕੰਮ ਕੀਤਾ। ਓਕੇ, ਕਈਆਂ ਦੇ ਹੁਣ ਇਸ ਟਾਈਮ ਦੇ ਵਿੱਚ ਵਰਕ ਪਰਮਿਟ ਅਪਲਾਈ ਕੀਤੇ ਹੋਏ ਸੀਗੇ, ਉਹ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਉਹਨਾਂ ਨੂੰ ਆਉਣ ਨੂੰ, ਸੋ ਵੇਟ ਕਰ ਰਹੇ ਨੇ, ਉਹ ਕੰਮ ਵੀ ਨਹੀਂ ਕਰ ਸਕਦੇ ਦੈਟ ਟਾਈਮ। ਇਸ ਕਰਕੇ ਇਹੀ ਅਪੀਲ ਕਰਦੇ ਹਾਂ ਸਾਰਿਆਂ ਨੂੰ ਅਸੀਂ ਕਿ ਇਹ ਜਿਹੜਾ ਸਾਡੇ ਲਈ ਵੀ ਕੁਝ ਸੋਚਿਆ ਜਾਵੇ ਗੌਰਮੈਂਟ ਨੂੰ। ਮੈਂ ਸਾਰੇ ਸਟੂਡੈਂਟ ਵੀਰਾਂ ਨੂੰ ਇਹੀ ਅਪੀਲ ਕਰਦਾ ਕਿ ਇਸ ਪਟੀਸ਼ਨ ਨੂੰ ਵੱਧ ਤੋਂ ਵੱਧ ਸਾਈਨ ਕੀਤੇ ਜਾਣ ਇਹਨੂੰ, ਤਾਂ ਕਰਕੇ ਅਸੀਂ ਇਸ ਆਵਾਜ਼ ਨੂੰ ਹੋਰ ਮਜ਼ਬੂਤ ਕਰਕੇ ਗੌਰਮੈਂਟ ਤੱਕ ਪਹੁੰਚਾ ਸਕੀਏ, ਉਹ ਸਾਡੇ ਲਈ ਵਧੀਆ ਡਿਸੀਜ਼ਨ ਲੈ ਸਕਣ। ਅਸੀਂ ਵੇਟ ਕਰ ਰਹੇ ਨੇ, ਬਹੁਤ ਸਟੂਡੈਂਟ ਇਹੋ ਜਿਹੇ ਨੇ ਜਿਨ੍ਹਾਂ ਦੇ ਵਰਕ ਪਰਮਿਟ ਅਪਲਾਈ ਕੀਤੇ ਹੋਏ ਨੇ ਇਸ ਟਾਈਮ 'ਤੇ। ਬਿਲਕੁਲ, ਕਿਉਂਕਿ ਜਿਹੜੇ ਸਟੂਡੈਂਟ ਹੈਗੇ ਆ ਉਹ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਜਾ ਕੇ ਵੀ ਅਪਲਾਈ ਕਰ ਸਕਦੇ ਆ, ਪਰ ਸਿੱਧਿਆਂ PR ਕਿਉਂ ਕੀਤਾ ਜਾਵੇ, ਇਹਦਾ ਕੀ ਕਾਰਨ ਹੈ? ਇਹ ਤਾਂ ਇਹੀ ਕਾਰਨ, ਉਹਨਾਂ ਨੇ ਹੁਣ ਆਪਣੀ ਲਾਈਫ ਬਿਨਾਂ ਸੋਚੇ ਉਹਨਾਂ ਨੇ ਕੰਮ ਕੀਤਾ, ਹੈਲਪ ਕੀਤੀ ਸਾਰਿਆਂ ਦੀ, ਆਲਰੇਡੀ ਕਈ ਸਟੱਡੀ ਕਰ ਚੁੱਕੇ ਨੇ, ਸੋ ਉਹ ਸਾਰੇ ਇਸ ਪ੍ਰੋਬਲਮ ਵਿੱਚੋਂ ਲੰਘ ਰਹੇ ਨੇ। ਜਦੋਂ ਆਪਾਂ ਇੱਥੇ ਆਉਂਦੇ ਹਾਂ, ਆਪਾਂ ਆ ਕੇ ਸਾਰਾ ਨਿਊ ਕਲਚਰ ਨੂੰ ਅਪਣਾਉਂਦੇ ਹਾਂ, ਉਹ 'ਚ ਟਾਈਮ ਲੱਗਦਾ ਵਾ, ਬਹੁਤ ਸਾਰੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਵਾ। ਸੋ ਇਹੀ ਸਾਡੀ ਰਿਕੁਐਸਟ ਹੈ ਕਿ ਸਾਨੂੰ ਵੀ ਇਸ ਦੇ ਵਿੱਚ ਰੱਖ ਕੇ ਇਸ ਪਟੀਸ਼ਨ ਦੇ ਵਿੱਚ ਗੌਰਮੈਂਟ ਤੱਕ ਆਵਾਜ਼ ਪਹੁੰਚਾਈ ਜਾਵੇ ਅਤੇ ਸਾਨੂੰ PR ਕੀਤਾ ਜਾਵੇ। ਜੀ ਬਿਲਕੁਲ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਹੜੇ ਲਿੰਕ ਤੇ ਜਾ ਕੇ ਜੋ ਹੈ ਉਹ ਪਟੀਸ਼ਨ ਸਾਈਨ ਕੀਤੀ ਜਾ ਸਕਦੀ? ਥੈਂਕ ਯੂ ਸੋ ਮਚ। ਅਸੀਂ ਇੱਕ ਨਾ ਬਣੀ ਹੋਈ ਹੋਪ ਵੈਲਫੇਅਰ ਸੁਸਾਇਟੀ ਜਿਹੜੀ ਰਜਿਸਟਰਡ ਹੈ ਇੱਥੇ, ਤੇ ਅਸੀਂ ਜਿਹੜੀ ਇਹਦੇ ਉੱਤੇ ਜਾ ਕੇ ਜਿੱਦਾਂ www.change.org ਤੇ ਜਾ ਕੇ ਤੁਸੀਂ ਪਟੀਸ਼ਨ ਸਾਈਨ ਕਰ ਸਕਦੇ ਹੋ। ਸੋ ਇਹਦੇ ਵਾਸਤੇ ਤੁਹਾਨੂੰ ਉੱਥੇ ਅੱਗੇ ਜਾ ਕੇ ਲੋਗੋ ਸਾਡਾ ਲੱਗਿਆ ਹੋਪ ਵੈਲਫੇਅਰ ਸੁਸਾਇਟੀ ਦਾ, ਤੁਸੀਂ ਉੱਥੇ ਜਾ ਕੇ ਹਰ ਇੱਕ ਜਿੰਨੇ ਵੀ ਕੈਨੇਡੀਅਨ ਸਿਟੀਜ਼ਨ, PR ਜਾਂ ਸਟੂਡੈਂਟ ਤੇ ਰਿਫਿਊਜੀ ਆ, ਸਾਰੇ ਉੱਤੇ ਸਾਈਨ ਕਰ ਸਕਦੇ ਨੇ। ਜੀ ਅਰਸ਼, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਦੇ ਵੱਲੋਂ? ਹਾਂਜੀ, ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ, ਜਿੰਨੇ ਵੀ ਸਾਰੇ ਕੈਨੇਡਾ 'ਚ ਰਹਿ ਰਹੇ ਨੇ ਇਸ ਟਾਈਮ 'ਤੇ ਇਸ ਪਟੀਸ਼ਨ ਨੂੰ ਵੱਧ ਤੋਂ ਵੱਧ ਸਾਥ ਦਿਓ, ਤਾਂ ਕਰਕੇ ਅਸੀਂ ਆਪਣੀ ਆਵਾਜ਼ ਹੋਰ ਮਜ਼ਬੂਤ ਕਰਕੇ ਗੌਰਮੈਂਟ ਤੱਕ ਪਹੁੰਚਾ ਸਕੀਏ, ਉਹ ਸਾਡੇ ਲਈ ਵਧੀਆ ਡਿਸੀਜ਼ਨ ਲੈ ਕੇ ਆਉਣ। ਅਸੀਂ ਬਹੁਤ ਟਾਈਮ ਤੋਂ ਵੇਟ ਕਰ ਰਹੇ ਨੇ, ਕਈਆਂ ਨੂੰ ਇੱਥੇ 5-7 ਸਾਲ ਹੋ ਚੁੱਕੇ ਨੇ ਇੱਥੇ ਬੈਠਿਆਂ ਨੂੰ, ਸਟਿਲ ਵਰਕ ਪਰਮਿਟ 'ਤੇ ਨੇ। ਅਸੀਂ ਇਹੀ ਅਪੀਲ ਕਰਦੇ ਹਾਂ ਸਾਰੇ ਕੈਨੇਡੀਅਨ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਸ ਵਾਲੇ ਸਾਡਾ ਸਾਥ ਦਿਓ ਤੇ ਅਸੀਂ ਸਾਨੂੰ ਐਂਡ ਤੱਕ ਲੈ ਕੇ ਜਾਓ। ਥੈਂਕ ਯੂ ਸੋ ਮਚ। ਥੈਂਕ ਯੂ। ਬਿਲਕੁਲ, ਅੱਜ ਜਿਵੇਂ ਗੱਲਬਾਤ ਹੋਈ ਹੈ ਕਿ ਜੋ ਪਟੀਸ਼ਨ ਸਾਈਨ ਹੋ ਰਹੀ ਹੈ, ਸੋ ਇੱਕ ਆਸ ਦੇ ਤੌਰ ਤੇ ਪਟੀਸ਼ਨ ਸਾਈਨ ਕਰ ਰਹੇ ਨੇ। ਅੱਗੋਂ ਕੀ ਫੈਸਲਾ ਆਉਂਦਾ ਹੈ ਇਹ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਹੈਗਾ, ਪਰ ਜੇ ਤੁਸੀਂ ਇਹਨਾਂ ਦਾ ਸਾਥ ਦੇਣਾ ਚਾਹੁੰਦੇ ਆ ਤਾਂ ਤੁਸੀਂ ਪਟੀਸ਼ਨ ਸਾਈਨ ਕਰ ਸਕਦੇ ਆ। ਇਸ ਤਰ੍ਹਾਂ ਇੱਕ ਖਾਸ ਮੁਲਾਕਾਤ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ TV ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।